ਵਿੱਚ ਕਾਇਆ ਨਗਰੀ ਕਾਦਰ ਵਸਦਾ ਤੇ ਕਿਸੇ ਨੂਰੀ ਅੱਖ ਨੂੰ ਦਿਸੇ। ਦਰਸ਼ਨ ਉਹਨਾਂ ਨੂੰ ਮੂਲਣਾ ਭਾਗ ਜਿਨ੍ਹਾਂ ਦੇ ਲਿਸੇ। ਦ੍ਰਿਸ਼ਟ ਮਾਨ ਚੋ ਜੋ ਅਦ੍ਰਿਸ਼ਟ ਨੂੰ ਵੇਖੇ, ਉਹ ਅੱਖ ਆਵੇ ਕਿਸੇ ਕਿਸੇ ਦੇ ਹਿੱਸੇ। ਬਿਨ ਅਨੁਭਵ ਤੋਂ ਸੁਣ ਰਾਜਦਾਰਾ ਨੇ ਸਭ ਕਹਾਣੀਆਂ ਕਿਸੇ। ਬਿਨ ਬੁੱਝਣ ਤੋਂ ਸੁਣ ਰਾਜਦਾਰਾ ਨੇ ਸਭ ਕਹਾਣੀਆਂ ਕਿਸੇ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਦ੍ਰਿਸ਼ਟ ਤੋਂ ਅਦ੍ਰਿਸ਼ਟ ਤੱਕ। ਵਿਗਿਆਨ ਦੀ ਵਿਗਿਆਨਕ ਖੋਜ ਖਬਰ ਦੱਸਦੀ ਹੈ ਕਿ ਸੋਲਰ ਸਿਸਟਮ ਵਿੱਚ ਕੁੱਲ 8 ਪਲੈਨਟ ਹਨ ਤੇ ਇਨ੍ਹਾਂ 8 ਪਲੈਨਟਸ ਵਿੱਚ ਇੱਕ ਪਲੈਨਟ ਅਜਿਹਾ ਹੈ ਜਿਸ ਤੇ ਕਈ ਲੱਖਾਂ ਹਜ਼ਾਰਾਂ ਸਾਲ ਪਹਿਲਾਂ ਇੱਕ ਜੀਵਨ ਹੋਂਦ ਵਿੱਚ ਆਇਆ, ਜਿਸ ਨੂੰ ਅਸੀਂ ਕਈ ਦਹਾਕਿਆਂ ਤੋਂ ਅੱਖਾਂ ਨਾਲ ਤੱਕਦੇ ਜਿਸਮ ਨਾਲ ਹੰਡਾਉਂਦੇ ਆ ਰਹੇ ਹਾਂ, ਅਹਿਸਾਸਾਂ ਨਾਲ ਜਿਉਂਦੇ ਤੇ ਵਕਤ ਨਾਲ ਬਤੀਤ ਕਰਦੇ ਆ ਰਹੇ ਹਾਂ। ਤੇ ਉਹ ਪਲੈਨਟ ਹੈ ਧਰਤੀ ਤੇ ਜੀਵਨ ਹੈ ਸਾਡਾ ਇਨਸਾਨਾਂ ਦਾ। ਇਨਸਾਨੀ ਜੀਵਨ ਤੋਂ ਲੈ ਕੇ ਧਰਤੀ ਤੇ ਪਸਰੇ ਵਿਸ਼ਾਲ ਜਨ ਜੀਵਨ ਦਾ ਜਿੰਨਾ ਵੀ ਦ੍ਰਿਸ਼ਟਮਾਨ ਰੂਪ ਇਹਨਾਂ ਅੱਖਾਂ ਨਾਲ ਨਜ਼ਰੀ ਪੈਂਦਾ ਹੈ, ਇਸ ਦੀ ਹੋਂਦ ਦੋ ਪਹਿਲੂਆਂ ਤੇ ਖੜੀ ਹੈ। ਪਹਿਲਾ ਪਹਿਲੂ ਏ ਅਦ੍ਰਿਸ਼ਟ, ਭਾਵ ਕਿ ਜੋ ਇਹਨਾਂ ਅੱਖਾਂ ਨਾਲ ਨਜ਼ਰੀ ਨਹੀਂ ਪੈਂਦਾ, ਤੇ ਦੂਜਾ ਪਹਿਲੂ ਏ ਦ੍ਰਿਸ਼ਟ, ਭਾਵ ਕਿ ਜੋ ਇਹਨਾਂ ਅੱਖਾਂ ਨਾਲ ਨਜ਼ਰੀ ਪੈਂਦਾ ਹੈ। ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਜੋ ਕੁਝ ਵੀ ਨਜ਼ਰੀ ਪੈਂਦਾ ਹੈ ਉਹ ਇਹਨਾਂ ਹੀ ਦੋ ਪਹਿਲੂਆਂ ਦੇ ਸੁਮੇਲ ਤੋਂ ਹੋਂਦ ਵਿੱਚ ਆਇਆ ਹੈ। ਗੱਲ ਭਾਵੇਂ ਟੈਕਨੋਲੋਜੀ ਦੇ ਰੂਪ ਵਿੱਚ ਇਨਸਾਨ ਦੀਆਂ ਕੀਤੀਆਂ ਤਕਨੀਕੀ ਖੋਜਾਂ ਖਬਰਾਂ ਦੀ ਹੋਵੇ ਜਾਂ ਇਨਸਾਨ ਦੁਆਰਾ ਕੀਤੀ ਪਦਾਰਥਕ ਸਿਰਜਣਾ ਦੀ ਹੋਵੇ, ਹਰ ਇੱਕ ਸਿਰਜਣਾ ਦ੍ਰਿਸ਼ਟ ਅਤੇ ਅਦ੍ਰਿਸ਼ਟ ਰੂਪ ਦੇ ਸਾਂਝੇ ਸੁਮੇਲ ਤੋਂ ਹੀ ਆਪਣੀ ਹੋਂਦ ਦਾ ਵਜੂਦ ਸਿਰਜਦੀ ਹੈ। ਉਦਾਹਰਨ ਰੂਪ ਜੇ ਕੋਈ ਇਨਸਾਨ ਘਰ ਬਣਾਉਂਦਾ ਹੈ ਤਾਂ ਘਰ ਦੇ ਇੱਟਾਂ ਪੱਥਰਾਂ ਵਾਲੇ ਦ੍ਰਿਸ਼ਟ ਰੂਪ ਪਿੱਛੇ ਇਨਸਾਨ ਦੀ ਅਦ੍ਰਿਸ਼ਟ ਰੂਪ ਸੋਚ ਹੁੰਦੀ ਹੈ। ਦ੍ਰਿਸ਼ਟ ਰੂਪ ਦਾ ਅਦ੍ਰਿਸ਼ਟ ਰੂਪ ਖਿਆਲ ਹੁੰਦਾ ਹੈ। ਹੁਣ ਇਹ ਸਭ ਵੇਖਦਿਆਂ ਜਦੋਂ ਗੱਲ ਇਸ ਦ੍ਰਿਸ਼ਟਮਾਨ ਸੰਸਾਰ ਦੀ ਮੁੱਖ ਜਾਤੀ ਤੇ ਆਉਂਦੀ ਹੈ ਤਾਂ ਇਹ ਮੁੱਖ ਜਾਤੀ ਭਾਵ ਕਿ ਇਨਸਾਨ ਵੀ ਆਪਣੇ ਆਪ ਨੂੰ ਹੋਂਦ ਦੀ ਇਸ ਸੁਮੇਲਕ ਸੱਚਾਈ ਤੋਂ ਪਾਸੇ ਨਹੀਂ ਕਰ ਸਕਦਾ, ਕਿਉਂਕਿ ਇਨਸਾਨ ਦੀ ਹੋਂਦ ਵੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਰੂਪ ਦਾ ਸਾਂਝਾ ਸੁਮੇਲ ਹੈ। ਇੱਕ ਇਨਸਾਨ ਦੀ ਹੋਂਦ ਨੂੰ ਜੀਵਤ ਵਜੂਦ ਦ੍ਰਿਸ਼ਟ ਅਤੇ ਅਦ੍ਰਿਸ਼ਟ ਸਰੂਪ ਰਲ ਕੇ ਦਿੰਦੇ ਹਨ। ਇਸ ਉਪਰੋਕਤ ਵਾਕ ਨੂੰ ਬਰੀਕੀ ਨਾਲ ਸਮਝਣ ਲਈ, ਇਸ ਵਾਕ ਪਿੱਛੇ ਇਹਨਾਂ ਸ਼ਬਦਾਂ ਪਿੱਛੇ ਪਈ ਸਮਝ ਨੂੰ ਚੰਗੀ ਤਰ੍ਹਾਂ ਘੋਖਣ ਲਈ ਗੱਲ ਸ਼ੁਰੂ ਕਰਦੇ ਹਾਂ ਦ੍ਰਿਸ਼ਟ ਪੱਖ ਤੋਂ, ਭਾਵ ਕਿ ਜਿਸਮਾਨੀ ਪੱਖ ਤੋਂ। ਜੇਕਰ ਮਨੁੱਖੀ ਜਿਸਮ ਨੂੰ ਲੱਗੇ ਜਿਸਮਾਨੀ ਤੱਤਾਂ ਦੀ ਹੋਂਦ ਵੱਲ, ਜਿਸਮਾਨੀ ਤੱਤਾਂ ਦੇ ਮੂਲ ਵੱਲ ਵੇਖਿਆ ਜਾਵੇ ਤਾਂ ਤੱਤਾਂ ਦਾ ਮੂਲ ਕੁਦਰਤ ਹੈ। ਉਹ ਕੁਦਰਤ ਜਿਸ ਨੇ ਰਹਿਣ ਲਈ ਸਭਨਾਂ ਨੂੰ ਰਹਿਣ ਬਸੇਰਾ ਦਿੱਤਾ, ਭੁੱਖ ਮਿਟਾਉਣ ਲਈ ਸਭਨਾਂ ਨੂੰ ਭੋਜਨ ਦਿੱਤਾ, ਜਿਉਂਦੇ ਰਹਿਣ ਲਈ ਸਭਨਾਂ ਨੂੰ ਹਵਾ ਪਾਣੀ ਰੂਪ ਨਿਆਮਤ ਦਿੱਤੀ, ਜਿਸ ਨੇ ਹਰ ਇੱਕ ਦੇ ਕਦਮਾਂ ਥੱਲੇ ਧਰਤ ਰੂਪ ਤਲੀਆਂ ਰੱਖੀਆਂ, ਜਿਸ ਨੇ ਹਰ ਇੱਕ ਪਰਿੰਦੇ ਬਸ਼ਿੰਦੇ ਨੂੰ ਆਪਣੀ ਗੋਦ 'ਚ ਖੜਾਇਆ। ਜੋ ਕੁਦਰਤ ਕੁੱਲ 84 ਲੱਖ ਦਾ ਆਸਰਾ ਹੈ, ਉਹੀ ਕੁਦਰਤ ਸਾਡੇ ਜਿਸਮਾਨੀ ਤੱਤਾਂ ਦੀ ਹੋਂਦ ਦਾ ਮੂਲ ਹੈ, ਭਾਵ ਕਿ ਸਾਡੇ ਦ੍ਰਿਸ਼ਟਮਾਨ ਰੂਪ ਦਾ ਆਧਾਰ ਹੈ। ਤੇ ਜਦੋਂ ਦ੍ਰਿਸ਼ਟ ਰੂਪ ਤੋਂ ਅੱਗੇ ਅਸੀਂ ਇਨਸਾਨੀ ਕਾਇਆ ਦੇ ਅਦ੍ਰਿਸ਼ਟ ਰੂਪ ਦੀ ਗੱਲ ਕਰਾਂਗੇ ਤਾਂ ਗੱਲ ਸ਼ੁਰੂ ਹੋਵੇਗੀ ਜਿਸਮ ਅੰਦਰ ਸਮਾਏ ਜੀਵਤ ਰੂਪ ਦੀ, ਭਾਵ ਕਿ ਕਾਦਰ ਦੀ ਅੰਸ਼ ਦੀ, ਜਿਸ ਦੀ ਬਦੌਲਤ ਇਹ ਕਾਇਆ ਰੂਪ ਢਾਂਚਾ ਜੀਵਤ ਵਜੂਦ ਵਿੱਚ ਹੈ, ਜਿਸ ਦੀ ਬਦੌਲਤ ਕਾਇਆ ਰੂਪ ਕੁਦਰਤ ਜਿਉਂਦੀ ਹੈ। ਹੁਣ ਵੇਖਿਆ ਜਾਵੇ ਤਾਂ ਇਨਸਾਨ ਦੀ ਹੋਂਦ ਦੇ ਦੋ ਪੱਖ ਨੇ, ਇੱਕ ਕੁਦਰਤ ਇੱਕ ਕਾਦਰ, ਜਿਨ੍ਹਾਂ ਦੋਵਾਂ ਤੋਂ ਇਹ ਕਿਸੇ ਵੀ ਤਰੀਕੇ ਵੱਖ ਨਹੀਂ ਹੋ ਸਕਦਾ, ਜਿਨ੍ਹਾਂ ਨੂੰ ਇਹ ਕਿਸੇ ਵੀ ਤਰੀਕੇ ਛੱਡ ਨਹੀਂ ਸਕਦਾ, ਕਿਉਂਕਿ ਇਸ ਦੀ ਹੋਂਦ ਜੁੜੀ ਏ ਦੋਵਾਂ ਨਾਲ। ਪਰ ਹੋਇਆ ਕੀ ਕਿ ਹੋਂਦ ਜੁੜੀ ਹੋਣ ਦੇ ਬਾਵਜੂਦ ਵੀ ਇਹ ਇਹਨਾਂ ਦੋਵਾਂ ਨਾਲੋਂ ਹੀ ਵੱਖ ਹੋ ਗਿਆ। ਸਮਝ ਕਰਕੇ, ਸੋਚ ਕਰਕੇ, ਸੁਭਾਅ ਕਰਕੇ, ਗੁਣ ਤਸੀਰ ਕਰਕੇ ਇਹ ਦੋਵਾਂ ਵਿੱਚੋਂ ਕਿਸੇ ਪੱਖ ਨਾਲ ਵੀ ਨਹੀਂ ਜੁੜਿਆ। ਨਾ ਇਹ ਕੁਦਰਤ ਨਾਲ ਜੁੜਿਆ, ਨਾ ਇਹ ਕਾਦਰ ਨਾਲ ਜੁੜਿਆ। ਨਾ ਇਹ ਕੁਦਰਤ ਵਰਗਾ ਬਣਿਆ ਤੇ ਨਾ ਇਹ ਕਾਦਰ ਵਰਗਾ ਬਣਿਆ। ਕਾਦਰ ਤੇ ਕੁਦਰਤ ਦਾ ਸਾਂਝਾ ਸੁਮੇਲ ਹੋਣ ਦੇ ਬਾਵਜੂਦ ਵੀ ਅਸੀਂ ਇਨਸਾਨਾਂ ਨੇ ਕੁਝ ਹੋਰ ਰੂਪ ਅਖਤਿਆਰ ਕਰ ਲਿਆ ਹੈ, ਜਿਸ ਵਿੱਚ ਨਾ ਕੁਦਰਤ ਨਜ਼ਰੀ ਪੈਂਦੀ ਏ ਤੇ ਨਾ ਹੀ ਕਾਦਰ ਨਜ਼ਰੀ ਪੈਂਦਾ ਏ। ਦਿਨ ਪ੍ਰਤੀ ਦਿਨ ਕੁਦਰਤ ਤੇ ਕਾਦਰ ਤੋਂ ਵਧੀ ਦੂਰੀ ਕਾਰਨ ਸਾਡਾ ਰੂਪ ਦੋਵਾਂ ਹੀ ਪੱਖਾਂ ਤੋਂ ਭਿੰਨ ਹੋ ਗਿਆ ਹੈ। ਪਰ ਜੇ ਕਿਤੇ ਅਸੀਂ ਦੋਵਾਂ ਵਿੱਚੋਂ ਕਿਸੇ ਇੱਕ ਵਰਗੇ ਵੀ ਬਣ ਜਾਂਦੇ ਤਾਂ ਬੜੀ ਹੱਦ ਤੱਕ ਸਾਡੀ ਕਾਇਆ ਕਲਪ ਹੋ ਸਕਦੀ ਸੀ, ਕਿਉਂਕਿ ਜੇ ਕੁਦਰਤ ਵਰਗੇ ਹੋ ਜਾਂਦੇ ਤਾਂ ਸਭਨਾਂ ਲਈ ਸਮਾਨਤਾ, ਸਭਨਾਂ ਲਈ ਇਕਸਾਰ ਨਿਗਾਹ, ਹੋਰਾਂ ਨੂੰ ਜੀਵਨ ਬਖਸ਼ਣ ਦੀ ਸਦਭਾਵਨਾ,
ਨੀਵਾਂ ਹੋ ਕੇ ਸਭਨਾਂ ਦੇ ਪੈਰਾਂ ਥੱਲੇ ਤਲੀਆਂ ਰੱਖਣ ਵਾਲਾ ਸਤਿਕਾਰ ਆ ਜਾਂਦਾ ਸਾਡੇ ਅੰਦਰ। ਨਿਰਸਵਾਰਥ ਸੇਵਾ ਭਾਵ ਉਤਾਰਾ ਕਰ ਲੈਂਦਾ ਸਾਡੇ ਅੰਦਰ। ਤੇ ਜੇ ਅਸੀਂ ਆਪਣੇ ਅੰਦਰ ਸਮਾਈ ਕਾਦਰ ਦੀ ਅੰਸ਼ ਵਰਗੇ ਹੋ ਜਾਂਦੇ, ਗੁਣ ਕਰਕੇ ਰੂਪ ਸਰੂਪ ਕਰਕੇ ਉਸ ਦੇ ਹਾਣੀ ਹੋ ਜਾਂਦੇ, ਗੁਣੀ ਬਿਰਤੀ ਕਰਕੇ ਉਸ ਦੀ ਸਮਝ ਪ੍ਰਵਿਰਤੀ ਨਾਲ ਜੁੜ ਜਾਂਦੇ, ਤਾਂ ਅਸੀਂ ਸਿੱਧੇ ਕਾਦਰ ਦੇ ਕਰੀਬ ਜਾ ਸਕਦੇ ਸੀ। ਜੇ ਵੇਖਿਆ ਜਾਵੇ ਤਾਂ ਮਨੁੱਖ ਕੋਲ ਦ੍ਰਿਸ਼ਟ ਅਤੇ ਅਦ੍ਰਿਸ਼ਟ ਰੂਪ ਕਰਕੇ ਭਾਵ ਕਿ ਆਤਮਾ ਤੇ ਸਰੀਰ ਕਰਕੇ ਦੋ ਬੜੇ ਕਾਬਲ ਰਸਤੇ ਨੇ ਆਪਣੇ ਧੁਰੇ ਨਾਲ ਜੁੜਨ ਦੇ, ਮਨੁੱਖੀ ਜਨਮ ਦੇ ਮਕਸਦ ਨੂੰ ਪ੍ਰਾਪਤ ਕਰਨ ਦੇ। ਸਾਡਾ ਆਪਣੇ ਤੱਤਾਂ ਦੀ ਹੋਂਦ ਦੇ ਮੂਲ ਨਾਲ ਜੁੜਨਾ ਵੀ ਕਿਤੇ ਨਾ ਕਿਤੇ ਸਾਨੂੰ ਪਿੱਛੇ ਸਾਡੇ ਆਤਮਕ ਮੂਲ ਨਾਲ ਜੋੜ ਸਕਦਾ ਹੈ, ਕਿਉਂਕਿ ਜੇ ਅਸੀਂ ਸੂਝ ਸਮਝ ਦੇ ਤਲ ਤੋਂ ਜਾਣ ਕੇ ਬੁੱਝ ਕੇ ਗੁਣੀ ਸਲੀਕੇ ਦੇ ਅਕੀਦੇ 'ਚ ਰਹਿ ਕੇ ਤੱਤਾਂ ਦੇ ਮੂਲ ਕੁਦਰਤ ਨਾਲ ਵੀ ਜੁੜਦੇ ਹਾਂ, ਤਾਂ ਕੁਦਰਤ ਪਿੱਛੇ ਖੜੇ ਅਦ੍ਰਿਸ਼ਟ ਰੂਪ ਕਾਦਰ ਨਾਲ ਸਾਡਾ ਰਾਬਤਾ ਆਪ ਮੁਹਾਰੇ ਹੀ ਬਣ ਜਾਂਦਾ ਹੈ। ਤੇ ਜੇ ਅਸੀਂ ਆਪਣੇ ਅੰਦਰ ਸਮਾਈ ਆਤਮਕ ਅੰਸ਼ ਨਾਲ ਜੁੜਦੇ ਹਾਂ ਤਾਂ ਸਾਡੀ ਸਿੱਧੀ ਡਾਇਰੈਕਟ ਸਾਂਝ ਕਾਦਰ ਨਾਲ ਪੈ ਜਾਂਦੀ ਹੈ। ਪਰ ਅਫਸੋਸ ਕਿ ਅਸੀਂ ਨਹੀਂ ਪਾਈ, ਕਿਉਂਕਿ ਅਸੀਂ ਦੋਵਾਂ ਹੀ ਪੱਖਾਂ ਨੂੰ ਛੱਡ ਕੇ ਮਟੀਰੀਅਲ ਦੇ ਉਹਨਾਂ ਕਿਆਫਿਆਂ ਨਾਲ ਜੁੜ ਗਏ ਜਿਨ੍ਹਾਂ ਵਿੱਚ ਸਿਰਫ ਤਕਾਜ਼ੇ, ਖੁਆਇਸ਼ਾਂ, ਚਾਹਤਾਂ, ਤ੍ਰਿਸ਼ਨਾਵਾਂ ਦੀ ਭੱਜ ਦੌੜ ਹੈ, ਜਿਸ ਵਿੱਚ ਪੈ ਇਨਸਾਨ ਕੋਹਲੂ ਦੇ ਬੈਲ ਵਾਂਗ ਭੱਜਿਆ ਪਰ ਪੱਲੇ ਕੁਝ ਨਹੀਂ ਪਿਆ। ਸੋ ਅਖੀਰ ਜੇ ਕੁਝ ਹਾਸਲ ਕਰਨਾ ਏ ਤਾਂ ਵਾਪਸ ਪਰਤੀਏ, ਆਪਣੀ ਹੋਂਦ ਨੂੰ, ਆਪਣੀ ਹੋਂਦ ਦੇ ਧੁਰੇ ਨੂੰ ਸਮਝੋ, ਬਰੀਕ ਹੋ, ਗਹੁ ਨਾਲ ਵਾਚੀਏ, ਕਿਉਂਕਿ ਸਾਡੇ ਦ੍ਰਿਸ਼ਟ ਰੂਪ ਪਿੱਛੇ ਖੜਾ ਅਦ੍ਰਿਸ਼ਟ ਰੂਪ ਪਰਮਾਤਮਾ, ਸਤ ਸਰੂਪ ਸਤਪੁਰਖ ਪਿਤਾ ਸਾਡਾ ਮੂਲ ਹੈ, ਸਾਡਾ ਮੁੱਢ ਹੈ ਤੇ ਅਸੀਂ ਉਸ ਤੱਕ ਜਾਣਾ ਹੈ। ਅਸੀਂ ਇਸ ਦ੍ਰਿਸ਼ਟ ਰੂਪ ਕਾਇਆ ਨਗਰ ਤੋਂ ਅਦ੍ਰਿਸ਼ਟ ਸਰੂਪ ਮਹਾਨਗਰ ਤੱਕ ਜਾਣਾ ਹੈ, ਜਿੱਥੇ ਪਹੁੰਚ ਦ੍ਰਿਸ਼ਟ ਰੂਪ ਤੋਂ ਨਜ਼ਾਤ ਪਾ ਅਸੀਂ ਸਦਾ ਲਈ ਅਦ੍ਰਿਸ਼ਟ ਰੂਪ ਵਿੱਚ ਲੀਨ ਹੋ ਜਾਣਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।